ਹੈਲੋ ਐਂਡ ਵੈਲਕਮ ਟੂ ਸਟੱਡੀ ਫੋਰ ਯੂ। ਅੱਜ ਦੇ ਇਸ ਵੀਡੀਓ ਲੈਕਚਰ ਵਿੱਚ ਅਸੀਂ ਡਿਸਕਸ ਕਰਾਂਗੇ 7th ਕਲਾਸ ਜਿਓਗ੍ਰਾਫੀ ਚੈਪਟਰ ਨੰਬਰ 4। These are the topics that we are going to be discussed in this chapter: composition of atmosphere, greenhouse and global warming, structure of atmosphere, weather and climate, and terms of weather। फर्स्ट टॉपिक ही है जी अपना कंपोजिशन ऑफ एटमॉस्फेयर। जो हवा ਅਸੀਂ ਆਪਣੀ ਸਾਹ ਕਿਰਿਆ ਦੁਆਰਾ ਆਪਣੇ ਅੰਦਰ ਲੈ ਕੇ ਜਾਂਦੇ ਹਾਂ ਅਤੇ ਉਸ ਨੂੰ ਬਾਹਰ ਕੱਢਦੇ ਹਾਂ, ਉਸ ਦੇ ਵਿੱਚ ਕਈ ਪ੍ਰਕਾਰ ਦੀਆਂ ਗੈਸਾਂ ਹਨ। ਇਹ ਗੈਸਾਂ ਦੀ ਕਿੰਨੀ ਪਰਸੈਂਟੇਜ ਹੈ ਕਿਹੜੀ ਦੀ, ਉਹ ਇਸ ਪਿਕਚਰ ਵਿੱਚ ਦਿਖਾਈ ਜਾ ਰਹੀ ਹੈ। ਆਪਣੇ ਐਟਮੋਸਫੀਅਰ ਦੇ ਵਿੱਚ ਜੋ ਏਅਰ ਹੈ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਮਾਤਰਾ ਵਿੱਚ ਕਿਹੜੀ ਗੈਸ ਹੈ ਜੀ? ਨਾਈਟ੍ਰੋਜਨ। ਕਿੰਨੀ ਹੈ ਇਹ? 78%। ਐਂਡ ਦੂਸਰੇ ਨੰਬਰ 'ਤੇ ਕਿਹੜੀ ਹੈ? ਆਕਸੀਜਨ, ਇਹ 20% ਹੈ। ਐਂਡ ਆਪਣੀ ਸਾਹ ਕਿਰਿਆ ਦੇ ਵਿੱਚ ਜੋ ਮੇਨ ਹੈਲਪਫੁਲ ਗੈਸ ਹੈ ਉਹ ਕਿਹੜੀ ਹੈ ਜੀ? ਆਕਸੀਜਨ, ਜਿਸ ਦੀ ਵਜ੍ਹਾ ਕਰਕੇ ਆਪਾਂ ਇਸ ਧਰਤੀ ਉੱਪਰ ਜਿਉਂਦੇ ਹਾਂ। ਐਂਡ ਉਸ ਤੋਂ ਬਾਅਦ ਬਹੁਤ ਘੱਟ ਮਾਤਰਾ ਵਿੱਚ ਪਾਈਆਂ ਜਾਣ ਵਾਲੀਆਂ ਕਿਹੜੀਆਂ ਗੈਸਾਂ ਨੇ? ਕਾਰਬਨ ਡਾਈਆਕਸਾਈਡ ਐਂਡ ਅਦਰ ਗੈਸਿਸ। ਇਨਰਟ ਗੈਸਿਸ ਕਿਹੜੀਆਂ ਕਿੰਨੀਆਂ ਨੇ ਜੀ? 0.97%। ਐਂਡ ਹਵਾ ਦੇ ਵਿੱਚ 1% ਵਾਟਰ ਵੀ ਹੈ, ਜਿਹੜਾ ਕਿ ਵਾਟਰ ਪੇਪਰ ਦੇ ਰੂਪ ਦੇ ਵਿੱਚ ਘੁੰਮਦਾ ਫਿਰਦਾ ਰਹਿੰਦਾ ਹੈ। ਨੈਕਸਟ ਕੀ ਹੈ ਜੀ? ਗ੍ਰੀਨ ਹਾਊਸ ਇਫੈਕਟ ਐਂਡ ਗਲੋਬਲ ਵਾਰਮਿੰਗ। ਅਸੀਂ ਤੁਹਾਨੂੰ ਪਿੱਛੇ ਦੱਸਿਆ ਕਿ ਆਪਣੇ ਜੋ ਐਟਮੋਸਫੀਅਰ ਦੇ ਵਿੱਚ ਗੈਸਿਸ ਨੇ, ਨਾਈਟ੍ਰੋਜਨ, ਆਕਸੀਜਨ, ਕਾਰਬਨ ਡਾਈਆਕਸਾਈਡ, ਇਹ ਇੱਕ ਫਿਕਸਡ ਪਰਸੈਂਟੇਜ ਦੇ ਵਿੱਚ ਨੇ। ਜੇ ਕਿਸੇ ਵੀ ਇੱਕ ਗੈਸ ਦੀ ਪਰਸੈਂਟੇਜ ਇਨਕਰੀਜ਼ ਹੁੰਦੀ ਹੈ ਤਾਂ ਇਸ ਦੇ ਨਾਲ ਐਟਮੋਸਫੀਅਰ ਦੇ ਵਿੱਚ ਸਾਨੂੰ ਚੰਗੇ ਜਾਂ ਮਾੜੇ ਇਫੈਕਟ ਇਸਦੇ ਦੇਖਣ ਨੂੰ ਮਿਲਣਗੇ। ਅਤੇ ਜੇ ਆਪਣੇ ਐਟਮੋਸਫੀਅਰ ਦੇ ਵਿੱਚ ਕਾਰਬਨ ਡਾਈਆਕਸਾਈਡ ਗੈਸ ਦੀ ਜੋ ਪਰਸੈਂਟੇਜ ਹੈ ਉਹ ਇਨਕਰੀਜ਼ ਹੁੰਦੀ ਹੈ ਤਾਂ ਉਸ ਨਾਲ ਕੀ ਹੈ ਜੀ? ਗ੍ਰੀਨ ਹਾਊਸ ਇਫੈਕਟ ਪੈਦਾ ਹੋ ਜਾਂਦਾ ਹੈ। ਕਾਰਬਨ ਡਾਈਆਕਸਾਈਡ ਜੋ ਗੈਸ ਹੈ ਇਹ ਕਰਦੀ ਕੀ ਹੈ? ਜੋ ਐਟਮੋਸਫੀਅਰ ਦੇ ਵਿੱਚ ਹੀਟ ਹੈ ਡਿਊ ਟੂ ਸਨ ਰੇਡੀਏਸ਼ਨ, ਉਸ ਨੂੰ ਟਰੈਪ ਕਰਕੇ ਰੱਖ ਲੈਂਦੀ ਹੈ, ਜਿਸ ਨਾਲ ਕੀ ਹੈ ਆਪਣੇ ਅਰਥ ਦਾ ਜੋ ਟੈਂਪਰੇਚਰ ਹੈ ਉਹ ਇਨਕਰੀਜ਼ ਹੋ ਜਾਂਦਾ ਹੈ। ਇਸ ਇਫੈਕਟ ਨੂੰ ਕੀ ਕਹਿੰਦੇ ਨੇ? ਟੈਂਪਰੇਚਰ ਇਨਕਰੀਜ਼ ਹੋਣ ਨੂੰ ਗ੍ਰੀਨ ਹਾਊਸ ਇਫੈਕਟ। ਐਂਡ ਸੈਕਿੰਡ ਇਫੈਕਟ ਕੀ ਹੈ ਜੀ ਆਪਣਾ? ਗਲੋਬਲ ਵਾਰਮਿੰਗ। ਜਦੋਂ ਆਪਣੀ ਅਰਥ ਦਾ ਪਰਮਾਨੈਂਟਲੀ ਟੈਂਪਰੇਚਰ ਇਨਕਰੀਜ਼ ਹੋ ਜਾਂਦਾ ਹੈ, ਮੀਨਜ਼ ਜੇ ਆਪਾਂ ਕਹੀਏ ਕਿ ਅੱਜ ਤੋਂ 50 ਸਾਲ ਪਹਿਲਾਂ ਐਵਰੇਜ ਟੈਂਪਰੇਚਰ 30 ਡਿਗਰੀ ਸੀ ਅਤੇ ਅੱਜ ਐਵਰੇਜ ਟੈਂਪਰੇਚਰ 35 ਡਿਗਰੀ ਸੈਲਸੀਅਸ ਹੈ, ਤਾਂ ਇਸ ਨੂੰ ਆਪਾਂ ਕੀ ਕਹਿੰਦੇ ਹਾਂ ਜੀ? ਗਲੋਬਲ ਵਾਰਮਿੰਗ ਇਫੈਕਟ। ਇਸ ਦੇ ਨਾਲ ਕੀ ਹੈ ਜੀ? ਗਲੇਸ਼ੀਅਰਸ ਪਿਘਲ ਰਹੇ ਨੇ, ਠੀਕ ਹੈ ਜੀ। ਮੀਨਜ਼ ਟੈਂਪਰੇਚਰ ਹੈ ਜੋ ਅਰਥ ਦਾ ਉਹ ਡੇ ਬਾਈ ਡੇ ਕੀ ਹੈ ਜੀ? ਪਰਮਾਨੈਂਟਲੀ ਇਨਕਰੀਜ਼ ਹੁੰਦਾ ਜਾ ਰਿਹਾ। ਨੈਕਸਟ ਟੌਪਿਕ ਹੈ ਜੀ ਆਪਣਾ ਸਟਰਕਚਰ ਆਫ ਐਟਮੋਸਫੀਅਰ। ਐਟਮੋਸਫੀਅਰ ਦੇ ਸਟਰਕਚਰ ਨੂੰ ਅਸੀਂ 5 ਲੇਅਰਸ ਵਿੱਚ ਡਿਵਾਈਡ ਕੀਤਾ। ਟੌਪ ਮੋਸਟ ਲੇਅਰ ਕਿਹੜੀ ਹੈ ਜੀ? ਐਕਸੋਸਫੀਅਰ, ਦੈਨ ਥਰਮੋਸਫੀਅਰ, ਦੈਨ ਮੈਸੋਸਫੀਅਰ ਐਂਡ ਸਟ੍ਰੈਟੋਸਫੀਅਰ। ਐਂਡ ਜੋ ਸਭ ਤੋਂ ਸਰਫੇਸ ਦੇ ਨੀਅਰ ਵਾਲੀ ਲੇਅਰ ਹੈ ਉਹ ਕਿਹੜੀ ਹੈ ਜੀ? ਟ੍ਰੋਪੋਸਫੀਅਰ। ਇਹਨੂੰ ਡਿਟੇਲਸ ਵਿੱਚ ਦੇਖਦੇ ਹਾਂ। ਜੋ ਆਪਣੀ ਪਹਿਲੀ ਲੇਅਰ ਹੈ ਜਿਸ ਦੇ ਵਿੱਚ ਆਪਣੀ ਗੈਸਿਸ ਕਾਰਬਨ ਡਾਈਆਕਸਾਈਡ, ਆਕਸੀਜਨ, ਨਾਈਟ੍ਰੋਜਨ ਅਵੇਲੇਬਲ ਨੇ, ਇਹ ਕੀ ਹੈ ਜੀ? ਅਪ ਟੂ 13 ਕਿਲੋਮੀਟਰ ਤੱਕ ਇਹ ਫੈਲੀ ਹੋਈ ਹੈ, ਠੀਕ ਹੈ ਜੀ। ਐਂਡ ਇਸ ਨੂੰ ਲਿਵਿੰਗ ਐਟਮੋਸਫੀਅਰ ਕਿਉਂ ਵੀ ਕਿਹਾ ਜਾਂਦਾ ਹੈ? ਕਿਉਂਕਿ ਇਸ ਵਿੱਚ ਆਕਸੀਜਨ ਅਵੇਲੇਬਲ ਹੈ। ਸੈਕਿੰਡ ਕਿਹੜੀ ਹੈ ਜੀ ਆਪਣੀ ਲੇਅਰ? ਸਟ੍ਰੈਟੋਸਫੀਅਰ। ਇਹ ਅਪ ਟੂ 50 ਕਿਲੋਮੀਟਰਸ ਹੈ ਐਂਡ ਫ੍ਰੀ ਫਰੋਮ ਵੈਦਰ ਫਿਨੋਮਨਾ। ਇਸ ਦੇ ਵਿੱਚ ਕੋਈ ਵੈਦਰ ਫਿਨੋਮਨਾ ਨਹੀਂ ਹੁੰਦਾ, ਮੀਨਜ਼ ਜੋ ਰੇਨਸ ਹੁੰਦੀਆਂ ਨੇ, ਜੋ ਕਲਰਡਸ ਨੇ, ਉਹ ਇਸ ਲੇਅਰ ਦੇ ਵਿੱਚ ਨਹੀਂ ਹੁੰਦੇ। ਐਂਡ ਪਲੇਨਸ ਫਲਾਈ ਹੇਅਰ। ਜੋ ਆਪਣੇ ਐਰੋਪਲੇਨਸ ਨੇ ਜਿਸ ਦੇ ਰਾਹੀਂ ਅਸੀਂ ਇੱਕ ਕੰਟਰੀ ਤੋਂ ਦੂਸਰੀ ਕੰਟਰੀ ਬਾਈ ਏਅਰਵੇਜ਼ ਜਾਂਦੇ ਹਾਂ, ਉਹ ਇਸ ਲੇਅਰ ਦੇ ਵਿੱਚ
ਸਪਲਾਈ ਕਰਦੇ ਨੇ। ਐਂਡ ਜੋ ਓਜ਼ੋਨ ਲੇਅਰ ਹੈ ਉਹ ਵੀ ਸਟ੍ਰੈਟੋਸਫੀਅਰ ਦੇ ਵਿੱਚ ਐਗਜ਼ਿਸਟ ਕਰਦੀ ਹੈ। ਨੈਕਸਟ ਲੇਅਰ ਹੈ ਜੀ ਆਪਣੀ ਮੈਸੋਸਫੀਅਰ। ਇਹ ਕੀ ਹੈ ਜੀ, ਅਪ ਟੂ 80 ਕਿਲੋਮੀਟਰਸ। ਜੋ ਮੀਟਰੋਇਡਸ ਹੁੰਦੇ ਨੇ, ਜਿਨ੍ਹਾਂ ਨੂੰ ਅਸੀਂ 6th ਕਲਾਸ ਵਿੱਚ ਡਿਸਕਸ ਕੀਤਾ ਸੀ, ਜਿਨ੍ਹਾਂ ਨੂੰ ਪੰਜਾਬੀ ਵਿੱਚ ਉਲਕਾ ਜਾਂ ਉਲਕਾ ਪਿੰਡ ਕਿਹਾ ਜਾਂਦਾ ਹੈ, ਉਹ ਮੈਸੋਸਫੀਅਰ ਲੇਅਰ ਦੇ ਵਿੱਚ ਕੀ ਨੇ ਜੀ, ਬਰਨ ਆਊਟ ਕਰ ਜਾਂਦੇ ਨੇ। ਆਪਣੀ 4th ਲੇਅਰ ਹੈ ਜੀ ਥਰਮੋਸਫੀਅਰ। ਇਹ ਅਪ ਟੂ 400 ਕਿਲੋਮੀਟਰਸ ਫੈਲੀ ਹੋਈ ਹੈ। ਇੱਥੇ ਟੈਂਪਰੇਚਰ ਕੀ ਹੈ ਜੀ, ਬਹੁਤ ਜ਼ਿਆਦਾ ਹੋ ਜਾਂਦਾ ਹੈ। ਅਤੇ ਆਇਨੋਸਫੀਅਰ, ਉਹ ਵੀ ਕੀ ਹੈ ਜੀ, ਥਰਮੋਸਫੀਅਰ ਦਾ ਇੱਕ ਪਾਰਟ ਹੈ। ਐਂਡ ਇਸ ਆਇਨੋਸਫੀਅਰ ਦੇ ਵਿੱਚ ਕੀ ਹੈ ਜੀ, ਰੇਡੀਓ ਟਰਾਂਸਮਿਸ਼ਨ ਵੇਵਜ਼ ਕੀ ਨੇ ਜੀ, ਐਗਜ਼ਿਸਟ ਕਰਦੀਆਂ ਨੇ। ਉਹ ਇੱਥੇ ਈਜ਼ੀਲੀ ਟਰਾਂਸਮਿਸ਼ਨ ਕਰ ਸਕਦੀਆਂ ਨੇ ਬਿਕੋਜ਼ ਆਫ ਦਾ ਹਾਈ ਟੈਂਪਰੇਚਰ ਆਫ ਦਿਸ ਲੇਅਰ। ਆਪਣੀ ਲਾਸਟ ਲੇਅਰ ਕਿਹੜੀ ਹੈ ਜੀ, ਐਕਸੋਸਫੀਅਰ। ਇਹ ਅਪਰ ਮੋਸਟ ਹੈ। ਇਸ ਦੇ ਵਿੱਚ ਹੀਲੀਅਮ ਐਂਡ ਹਾਈਡਰੋਜਨ ਗੈਸਿਸ ਐਗਜ਼ਿਸਟ ਕਰਦੀਆਂ ਨੇਗੀਆਂ। ਐਂਡ ਇਹ ਬਹੁਤ ਥਿਨ ਲੇਅਰ ਹੈ। ਡਿਊ ਟੂ ਹੀਲੀਅਮ ਐਂਡ ਹਾਈਡਰੋਜਨ ਇਸ ਲੇਅਰ ਦਾ ਜੋ ਟੈਂਪਰੇਚਰ ਹੈ ਉਹ ਬਹੁਤ ਜ਼ਿਆਦਾ ਹੈ। ਨੈਕਸਟ ਟੌਪਿਕ ਨੇ ਜੀ ਆਪਣੇ ਵੈਦਰ ਐਂਡ ਕਲਾਈਮੇਟ। ਵੈਦਰ ਕੀ ਹੈ ਜੀ, ਆਰ ਟੂ ਆਰ ਔਰ ਡੇ ਟੂ ਡੇ ਟੈਂਪਰੇਚਰ ਕੰਡੀਸ਼ਨਸ ਲਾਈਕ ਹੌਟ ਐਂਡ ਕੋਲਡ, ਰੇਨੀ ਐਂਡ ਡਰਾਈ। ਇਹ ਜੋ ਕੰਡੀਸ਼ਨਸ ਨੇ, ਮੀਨਸ ਅੱਜ ਆਪਾਂ ਕਹਿ ਦਈਏ ਮੌਸਮ ਠੰਡਾ ਹੈ, ਕੱਲ੍ਹ ਨੂੰ ਗਰਮ ਹੈ, ਫਿਰ ਮੀਂਹ ਪੈ ਗਿਆ, ਵਰਖਾ ਹੋ ਗਈ। ਇਹ ਜੋ ਕੰਡੀਸ਼ਨਸ ਨੇ, ਇਹਨਾਂ ਨੂੰ ਕੀ ਕਿਹਾ ਜਾਂਦਾ ਜੀ, ਵੈਦਰ। ਐਂਡ ਨੈਕਸਟ ਕੀ ਹੈ ਜੀ, ਕਲਾਈਮੇਟ। ਇਹ ਕੀ ਹੈ ਜੀ, ਐਵਰੇਜ ਵੈਦਰ ਕੰਡੀਸ਼ਨ ਆਫ ਅ ਪਲੇਸ ਫॉर ਲੌਂਗਰ ਪੀਰੀਅਡ ਆਫ ਟਾਈਮ ਇਜ਼ ਕਾਲਡ ਐਜ਼ ਕਲਾਈਮੇਟ। ਜੋ ਵੈਦਰ ਹੈ ਉਸਨੂੰ ਅਸੀਂ ਆਪਾਂ ਇੱਕ ਲਾਰਜ ਪੀਰੀਅਡ ਤੋਂ ਦੇਖੀਏ ਤਾਂ ਉਸਨੂੰ ਕੀ ਕਿਹਾ ਜਾਂਦਾ ਜੀ, ਕਲਾਈਮੇਟ। ਨੈਕਸਟ ਟੌਪਿਕ ਹੈ ਜੀ ਟਰਮਸ ਆਫ ਵੈਦਰ। ਫਸਟ ਟਰਮ ਹੈ ਜੀ ਟੈਂਪਰੇਚਰ। ਟੈਂਪਰੇਚਰ ਕੀ ਹੈ ਜੀ, ਡਿਗਰੀ ਆਫ ਹੌਟਨੈਸ ਔਰ ਕੋਲਡਨੈਸ। ਜਿੱਦਾਂ ਅਸੀਂ ਦੇਖਦੇ ਹਾਂ ਕਿ ਠੰਡੇ ਮੌਸਮ ਦੇ ਵਿੱਚ ਟੈਂਪਰੇਚਰ ਘੱਟ ਹੁੰਦਾ ਐਂਡ ਹੌਟ ਦੇ ਵਿੱਚ ਕੀ ਟੈਂਪਰੇਚਰ ਅਸੀਂ ਜ਼ਿਆਦਾ ਦੇਖਦੇ ਹਾਂ। ਇਹਨੂੰ ਅਸੀਂ ਮੇਜ਼ਰ ਕਰਦੇ ਹਾਂ, ਇੰਸਟਰੂਮੈਂਟ ਆ ਜੋ ਉਹਦਾ ਨਾਂ ਕੀ ਹੈ ਜੀ, ਥਰਮੋਮੀਟਰ। ਐਂਡ ਡਿਗਰੀ ਕੀ ਹੈ ਜੀ, ਸੈਲਸੀਅਸ। ਸੈਲਸੀਅਸ ਦੇ ਵਿੱਚ ਇਹ ਮੇਜ਼ਰ ਕੀਤਾ ਜਾਂਦਾ ਹੈ। ਨੈਕਸਟ ਹੈ ਜੀ ਏਅਰ ਪ੍ਰੈਸ਼ਰ। is defined as the pressure exerted by weight of air on earth's surface। ਜੋ ਹਵਾ ਹੈ ਉਸਦਾ ਪ੍ਰੈਸ਼ਰ ਅਰਥ ਦੇ ਸਰਫੇਸ 'ਤੇ ਜੋ ਹੈਗਾ ਉਸਨੂੰ ਏਅਰ ਪ੍ਰੈਸ਼ਰ ਕਿਹਾ ਜਾਂਦਾ ਹੈ। ਇਟ ਵਿਲ ਗੋਇੰਗ ਡਿਕਰੀਜ਼ ਵਿਦ ਹਾਈਟ। ਜਦੋਂ ਅਸੀਂ ਅਰਥ ਦੇ ਸਰਫੇਸ ਤੋਂ ਉੱਪਰ ਵੱਲ ਜਾਂਦੇ ਹਾਂ ਤਾਂ ਏਅਰ ਪ੍ਰੈਸ਼ਰ ਕੀ ਹੈ ਜੀ, ਡਿਕਰੀਜ਼ ਹੋਣਾ ਸਟਾਰਟ ਹੋ ਜਾਂਦਾ ਹੈ। ਮੀਨਸ ਕੀ ਹੈ ਜੀ, ਇਹ ਟ੍ਰੋਪੋਸਫੀਅਰ 'ਤੇ ਏਅਰ ਪ੍ਰੈਸ਼ਰ ਸਭ ਤੋਂ ਜ਼ਿਆਦਾ ਹੋਵੇਗਾ ਐਂਡ ਇਨ ਦਾ ਐਕਸੋਸਫੀਅਰ ਏਅਰ ਪ੍ਰੈਸ਼ਰ ਕੀ ਹੈ ਜੀ, ਲੋਵੈਸਟ ਹੋਵੇਗਾ। ਐਂਡ ਇਸ ਨੂੰ ਏਅਰ ਪ੍ਰੈਸ਼ਰ ਨੂੰ ਕਿਸ ਇੰਸਟਰੂਮੈਂਟ ਨਾਲ ਮੇਜ਼ਰ ਕੀਤਾ ਜਾਂਦਾ ਹੈ, ਉਹ ਹੈ ਜੀ ਬੈਰੋਮੀਟਰ। ਮੂਨ ਦੇ ਉੱਪਰ ਕੋਈ ਏਅਰ ਨਹੀਂ ਹੈ ਐਂਡ ਦੇਅਰਫੋਰ ਉੱਥੇ ਕੋਈ ਏਅਰ ਪ੍ਰੈਸ਼ਰ ਐਗਜ਼ਿਸਟ ਨਹੀਂ ਕਰਦਾ। ਏਅਰ ਪ੍ਰੈਸ਼ਰ ਨਾ ਹੋਣ ਦੇ ਕਾਰਨ ਕੀ ਹੈ ਜੀ, ਐਸਟਰੋਨੌਟਸ ਨੂੰ ਇੱਕ ਸਪੈਸ਼ਲ ਸੂਟਕੇਸ ਨਾਲ ਲੈ ਕੇ ਜਾਣਾ ਪੈਂਦਾ। ਠੀਕ ਹੈ ਜੀ। ਨੈਕਸਟ ਆਪਣੀ ਟਰਮ ਕਿਹੜੀ ਹੈ ਜੀ, ਵਿੰਡ। ਦਾ ਮੂਵਮੈਂਟ ਆਫ ਏਅਰ ਫਰੋਮ ਹਾਈ ਪ੍ਰੈਸ਼ਰ ਟੂ ਲੋ ਪ੍ਰੈਸ਼ਰ ਇਜ਼ ਨੋਨ ਐਜ਼ ਵਿੰਡ ਐਂਡ ਇਟ ਇਜ਼ ਮੇਜ਼ਰਡ ਬਾਈ ਵਿੰਡ ਵੇਨ। ਕੀ ਹੈ ਜੀ, ਹਵਾ ਦਾ ਹਾਈ ਪ੍ਰੈਸ਼ਰ ਤੋਂ ਲੋ ਪ੍ਰੈਸ਼ਰ ਵੱਲ ਮੂਵ ਹੋਣਾ ਉਸਨੂੰ ਕੀ ਕਿਹਾ ਜਾਂਦਾ ਜੀ, ਵਿੰਡ। ਐਂਡ ਜਿਹੜਾ ਇੰਸਟਰੂਮੈਂਟ ਇਸ ਨੂੰ ਵਿੰਡ ਨੂੰ ਮੇਜ਼ਰ ਕਰਨ ਲਈ ਯੂਜ਼ ਕੀਤਾ ਜਾਂਦਾ ਹੈ ਉਸਨੂੰ ਕਹਿੰਦੇ ਹਾਂ ਜੀ ਆਪਾਂ ਵਿੰਡ ਵੇਨ। ਜਿਹੜੀ ਵਿੰਡ ਹੈ ਇਸਨੂੰ ਅਸੀਂ 3 ਕੈਟਾਗਰੀਜ਼ ਦੇ ਵਿੱਚ ਡਿਵਾਈਡ ਕਰਦੇ ਹਾਂ, ਪਰਮਾਨੈਂਟ, ਸੀਜ਼ਨਲ ਐਂਡ ਲੋਕਲ। ਪਰਮਾਨੈਂਟ ਵਿੰਡਸ ਕਿਹੜੀਆਂ ਹੁੰਦੀਆਂ ਨੇ, ਇਹ ਕੌਨਸਟੈਂਟਲੀ ਫਲੋ ਕਰਦੇ ਨੇ ਥਰੂ ਆਊਟ ਦਾ ਈਅਰ ਫਰੋਮ ਵੈਸਟ ਟੂ ਈਸਟ। ਮੀਨਸ ਕੀ ਹੈ ਜੀ, ਇਹ
ਫਰੋਮ ਗੁਜਰਾਤ ਟੂ ਅਰੁਣਾਚਲ ਦੀ ਤਰਫ ਇਹ ਫਲੋ ਕਰਦੀਆਂ ਨੇ। ਨੈਕਸਟ ਹੈ ਜੀ ਸੀਜ਼ਨਲ ਵਿੰਡ। ਇਹ ਕੀ ਨੇ ਜੀ, ਇਹ ਲਾਈਕ ਦੈਟ ਪਰਮਾਨੈਂਟ ਵਿੰਡ ਨਹੀਂ ਹੈਗੀਆਂ। ਇਹ ਆਪਣੀ ਜੋ ਡਾਇਰੈਕਸ਼ਨ ਹੈ ਇਹ ਸੀਜ਼ਨ ਦੇ ਨਾਲ ਚੇਂਜ ਕਰਦੀਆਂ ਰਹਿੰਦੀਆਂ ਨੇ। ਸਮਟਾਈਮਜ਼ ਇਟ ਫਲੋਜ਼ ਵੈਸਟ ਟੂ ਇਟ ਐਂਡ ਸਮਟਾਈਮਜ਼ ਇਟ ਫਲੋਜ਼ ਫਰੋਮ ਈਸਟ ਟੂ ਵੈਸਟ। ਥਰਡ ਵਨ ਕਿਹੜੀ ਹੈ ਜੀ ਆਪਣੀ ਲੋਕਲ ਵਿੰਡ। ਫਲੋ ਇਨ ਅ ਪਾਰਟੀਕੂਲਰ ਪੀਰੀਅਡ ਆਫ ਟਾਈਮ ਇਨ ਨਾਰਥਰਨ ਪਲੇਨ ਆਲਸੋ ਕਾਲਡ ਐਜ਼ ਲੂ। ਇਹ ਕੀ ਹੈ ਜੀ, ਸਿਰਫ ਅਤੇ ਸਿਰਫ ਨਾਰਥਰਨ ਪਲੇਨਸ ਦੇ ਵਿੱਚ ਫਲੋ ਕਰਦੀਆਂ ਨੇ ਐਂਡ ਗਰਮੀਆਂ ਦੇ ਸੀਜ਼ਨ ਵਿੱਚ ਇਹ ਜ਼ਿਆਦਾ ਫਲੋ ਕਰਦੀਆਂ ਨੇ, ਜਿਸ ਨੂੰ ਅਸੀਂ ਗਰਮੀ ਦੇ ਵਿੱਚ ਕਹਿੰਦੇ ਹਾਂ ਲੂ। ਪੰਜਾਬੀ ਦਾ ਵਰਡ ਹੈ ਜੀ ਲੂ। ਠੀਕ ਹੈ ਜੀ। ਨੈਕਸਟ ਟਰਮ ਆਪਣੀ ਜੀ ਮੋਇਸਚਰ। ਵੈਨ ਵਾਟਰ ਵੇਪਰ ਐਗਜ਼ਿਸਟ ਇਨ ਦਾ ਏਅਰ ਇਜ਼ ਕਾਲਡ ਐਜ਼ ਮੋਇਸਚਰ। ਹਵਾ ਦੇ ਵਿੱਚ ਜਦੋਂ ਵਾਟਰ ਵੇਪਰ ਆ ਜਾਂਦੇ ਨੇ ਤਾਂ ਉਸਨੂੰ ਕੀ ਕਿਹਾ ਜਾਂਦਾ ਜੀ, ਮੋਇਸਚਰ। ਨੈਕਸਟ ਹੈ ਜੀ ਹਿਊਮਿਡਿਟੀ। ਮੋਇਸਚਰ ਇਨ ਦਾ ਏਅਰ। ਜੋ ਮੋਇਸਚਰ ਹੈ ਉਹ ਕੀ ਹੈ ਜੀ, ਡ੍ਰੌਪਲੈਟ ਦਾ ਹਵਾ ਵਿੱਚ ਆ ਜਾਣਾ ਐਂਡ ਹਿਊਮਿਡਿਟੀ ਕੀ ਹੈ ਜੀ, ਮੋਇਸਚਰ ਦਾ ਹਵਾ ਵਿੱਚ ਹੋਣਾ। ਮੀਨਸ ਇਹ ਵੀ ਇੱਕ ਸੇਮ ਟਰਮ ਹੈ ਲਾਈਕ ਮੋਇਸਚਰ। ਨੈਕਸਟ ਹੈ ਜੀ ਰੇਨ। ਜਦੋਂ ਏਅਰ ਬਹੁਤ ਜ਼ਿਆਦਾ ਹਿਊਮਿਡ ਹੋ ਜਾਂਦੀ ਹੈ, ਮੀਨਸ ਡ੍ਰੌਪਲੈਟਸ ਨੇ ਜੋ ਹਵਾ ਦੇ ਵਿੱਚ ਬਹੁਤ ਜ਼ਿਆਦਾ ਹੋ ਜਾਂਦੇ ਨੇ ਐਂਡ ਇਹ ਠੰਡੇ ਹੋਣ ਦੇ ਨਾਲ ਕੀ ਹੈ ਜੀ, ਅਰਥ ਦੇ ਸਰਫੇਸ ਉੱਪਰ ਡਿੱਗਣਾ ਸਟਾਰਟ ਕਰ ਦਿੰਦੇ ਨੇ। ਉਸ ਨੂੰ ਅਸੀਂ ਕੀ ਕਹਿੰਦੇ ਹਾਂ ਜੀ, ਰੇਨ। ਮੀਨਸ ਫਰੋਮ ਐਟਮੋਸਫੀਅਰ ਵਾਟਰ ਡ੍ਰੌਪਲੈਟਸ ਦਾ ਅਰਥ ਦੇ ਸਰਫੇਸ ਉੱਪਰ ਗਿਰਨਾ, ਉਸ ਨੂੰ ਕੀ ਕਿਹਾ ਜਾਂਦਾ ਜੀ, ਰੇਨ। ਰੇਨ ਬੇਸਿਕਲੀ 3 ਟਾਈਪਸ ਦੀ ਹੁੰਦੀ ਹੈ, ਸਾਈਕਲੋਨਿਕ ਰੇਨ, ਰਿਲੀਫ ਰੇਨ ਐਂਡ ਕਨਵੈਂਸ਼ਨਲ ਰੇਨ। ਅਸੀਂ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ ਜੀ, ਅਸੀਂ ਅੱਜ ਦੇ ਲੈਕਚਰ ਵਿੱਚ ਕੀ ਡਿਸਕਸ ਕੀਤਾ। ਸਭ ਤੋਂ ਪਹਿਲਾਂ ਅਸੀਂ ਦੇਖਿਆ ਕੰਪੋਜੀਸ਼ਨ ਆਫ ਐਟਮੋਸਫੀਅਰ। ਮੀਨਸ ਕਿਹੜੀ ਗੈਸ ਦੀ ਐਟਮੋਸਫੀਅਰ ਦੇ ਵਿੱਚ ਕਿੰਨੀ ਪਰਸੈਂਟੇਜ ਹੈ। ਨੈਕਸਟ ਹੈ ਗ੍ਰੀਨ ਹਾਊਸ ਇਫੈਕਟ ਐਂਡ ਗਲੋਬਲ ਵਾਰਮਿੰਗ। ਨੈਕਸਟ ਸਟਰਕਚਰ ਆਫ ਦਾ ਐਟਮੋਸਫੀਅਰ। there are 5 types of the layers in the atmosphere. Next, weather and climate. Next, terms of the weather: temperature, air pressure, wind, moisture, humidity, rain। ठीक है जी। सो आई होप ये लेक्चर ਤੁਹਾਨੂੰ ਬੜੀ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। सो थैंक्स फॉर वाचिंग दिस वीडियो। गॉड ब्लेस यू ऑल।